ਪਿਛਲੇ ਦੋ ਭਾਗਾਂ ਵਿੱਚ ਆਪਾਂ ਮਹਾਰਾਜਾ ਰਣਜੀਤ ਸਿੰਘ ਅਤੇ ਪਟਿਆਲਾ ਰਿਆਸਤ ਬਾਰੇ ਗੱਲ ਕੀਤੀ ਸੀ। 1849 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅੰਗਰੇਜ਼ਾਂ ਵੱਲੋਂ ਅੰਗਰੇਜ਼ੀ ਰਾਜ ਵਿੱਚ ਮਿਲਾ ਲੈਣ ਤੋਂ ਬਾਅਦ ਅੰਗਰੇਜ਼ ਅੱਜ ਦੇ ਭਾਰਤ ਉੱਪਰ ਪੂਰੀ ਤਰ੍ਹਾਂ ਕਾਬਜ਼ ਹੋ ਗਏ ਸਨ। ਰਾਜ ਇੰਗਲੈਂਡ ਵਿੱਚ ਬੈਠੀ ਮਹਾਰਾਣੀ ਵਿਕਟੋਰੀਆ ਦੇ ਨਾਂ ਉੱਪਰ ਚੱਲਦਾ ਸੀ। ਦੁਨੀਆ ਦੇ ਕਈ ਹਿੱਸਿਆਂ ਉੱਪਰ ਅੰਗਰੇਜ਼ ਉਸ ਵੇਲੇ ਹੁਕਮਰਾਨ ਸਨ। ਇਸੇ ਕਰਕੇ ਇਹ ਵੀ ਕਿਹਾ ਜਾਣ ਲੱਗਾ ਕਿ ਮਹਾਰਾਣੀ ਵਿਕਟੋਰੀਆ ਦੇ ਰਾਜ ਵਿੱਚ ਸੂਰਜ ਕਿਤੇ ਛੁਪਦਾ ਹੀ ਨਹੀਂ। ਗੱਲ ਸੱਚ ਵੀ ਸੀ। ਭਾਰਤ ਉੱਪਰ ਵਾਇਸਰਾਏ ਮਹਾਰਾਣੀ ਦੇ ਪ੍ਰਤੀਨਿਧੀ ਬਣ ਰਾਜ ਚਲਾ ਰਹੇ ਸਨ। ਇਲਾਈਟ ਵਰਗ ਲਈ ਇਹਨਾਂ ਇੱਥੇ ਦੇ ਲੋਕਾਂ ਲਈ ਰਾਏ ਸਾਹਿਬ ਵਰਗੀਆਂ ਉਪਾਧੀਆਂ ਬਖਸ਼ੀਆਂ ਹੋਈਆਂ ਸਨ। ਭਾਵੇਂ ਭਾਰਤ ਉੱਪਰ ਵਿਦੇਸ਼ੀ ਹਮਲਾਵਰ ਖਾਸ ਕਰ ਅਰਬ ਦੇ ਧਰਮ ਨਾਲ ਸੰਬੰਧਿਤ ਤੁਰਕ ਅਫਗਾਨ ਮੁਗਲ ਹਮਲੇ ਕਰ ਤਬਾਹੀ ਮਚਾਉਂਦੇ ਰਹੇ ਅਤੇ ਰਾਜ ਵੀ ਕਰਦੇ ਰਹੇ, ਪਰ ਇਹਨਾਂ 1200-1300 ਸਾਲਾਂ ਦੌਰਾਨ ਉਹਨਾਂ ਨੂੰ ਪੂਰੀ ਟੱਕਰ ਵੀ ਮਿਲਦੀ ਰਹੀ। ਪੂਰੀ ਤਰ੍ਹਾਂ ਵਿਦੇਸ਼ੀ ਹਮਲਾਵਰਾਂ ਦੇ ਰਾਜ ਨੂੰ ਸਵੀਕਾਰਿਆ ਨਾ ਗਿਆ। ਛੋਟੇ ਵੱਡੇ ਵਿਦਰੋਹ ਹੁੰਦੇ ਹੀ ਰਹੇ। ਮੁਗਲਾਂ ਦੇ ਤਖਤ ਨੂੰ ਦੱਖਣ ਵਿੱਚ ਮਰਾਠਿਆਂ ਨੇ ਹੀ ਸਭ ਤੋਂ ਵੱਧ ਖੋਖਲਾ ਕੀਤਾ ਸੀ। ਰਾਜਪੂਤ ਰਹੇਲੇ ਸਭਨਾ ਵੰਗਾਰ ਦਿੱਤੀ ਸੀ। ਪੰਜਾਬ ਵਿੱਚ ਸਿੱਖਾਂ ਨੇ ਮਜ਼ਬੂਤ ਵਿਰੋਧ ਦਾ ਝੰਡਾ ਬੁਲੰਦ ਰੱਖਿਆ। ਮਹਾਰਾਜਾ ਰਣਜੀਤ ਸਿੰਘ ਵੇਲੇ ਤੱਕ ਤਾਂ ਅੰਗਰੇਜ਼ ਹਮਲਾ ਕਰ ਜਿੱਤਣ ਦੀ ਹਿੰਮਤ ਹੀ ਨਾ ਦਿਖਾ ਸਕੇ, ਪਰ ਆਪਣਿਆਂ ਦੀ ਕਮਜ਼ੋਰੀ ਅਤੇ ਲਾਲਚ ਕਾਰਨ ਮਹਾਰਾਜੇ ਦੀ ਮੌਤ ਤੋਂ ਬਾਅਦ ਪੰਜਾਬ ਵੀ ਫੇਰ ਵਿਦੇਸ਼ੀ ਹਮਲਾਵਰਾਂ ਦੀ ਗੁਲਾਮੀ ਹੇਠ ਆ ਗਿਆ। ਹਮਲਾਵਰ ਇਸ ਵਾਰ ਦਰਿਆਂ ਦੀ ਥਾਂ ਸਮੁੰਦਰ ਪਾਰ ਕਰ ਵਪਾਰ ਕਰਨ ਦੇ ਬਹਾਨੇ ਆਏ ਅਤੇ ਪੂਰੇ ਹਿੰਦੁਸਤਾਨ ਤੇ ਕਾਬਜ਼ ਹੋ ਗਏ। ਵਿਦੇਸ਼ੀ ਹਮਲਾਵਰਾਂ ਵਾਂਗੂ ਇਹ ਵੀ ਇੱਥੋਂ ਦੇ ਲੋਕਾਂ ਦੇ ਧਰਮ ਕਾਰਨ ਉਹਨਾਂ ਦੇ ਦੁਸ਼ਮਣ ਸਨ ਅਤੇ ਉਹਨਾਂ ਨੂੰ ਆਪਣੇ ਧਰਮ ਵਿੱਚ ਲਿਆਉਣ ਲਈ ਕਾਲੇ ਸਨ। ਲੋਧੀਆਂ, ਮੁਗਲਾਂ, ਤੁਰਕਾਂ ਤਲਵਾਰ ਦੇ ਜ਼ੋਰ ਨਾਲ ਇੱਥੋਂ ਦੇ ਲੋਕਾਂ ਨੂੰ ਮੁਸਲਮਾਨ ਬਣਾਇਆ। ਵੱਡੀ ਗਿਣਤੀ ਵਿੱਚ 2-4% ਸੂਫੀਆਂ ਪੀਰਾਂ ਦੀ ਨਰਮਾਈ ਵੀ ਮਦਦ ਕਰ ਗਈ। ਸਮੁੰਦਰੋਂ ਪਾਰ ਆਏ ਅੰਗਰੇਜ਼ ਈਸਾਈ ਮਤ ਦੇ ਧਾਰਨੀ ਸਨ। ਇਹਨਾਂ ਵੀ ਉਹੀ ਨਫ਼ਰਤ ਦੀ ਨੀਤੀ ਰੱਖੀ। ਬਸ ਫਰਕ ਇਹ ਸੀ ਕਿ ਇਹ 80% ਚਲਾਕੀ ਮਤਲਬ ਚਰਚ ਦੇ ਪ੍ਰੋਪਗੰਡੇ ਦੇ ਚੱਲ ਧਰਮ ਪਰਿਵਰਤਨ ਕਰਾਉਂਦੇ ਸਨ ਅਤੇ 15-20% ਹੀ ਜ਼ੁਲਮ ਦਾ ਇਸਤੇਮਾਲ ਕਰਦੇ ਸਨ। ਪੰਜਾਬ ਵਿੱਚ ਜਦੋਂ ਇਹਨਾਂ ਦਾ ਰਾਜ ਹੋ ਗਿਆ ਤਾਂ 1849 ਤੋਂ 7-8 ਸਾਲ ਬਾਅਦ ਹੀ ਭਾਰਤ ਦੇ ਬਾਕੀ ਬਹੁਤ ਸਾਰੇ ਹਿੱਸਿਆਂ ਵਿੱਚ ਇਹਨਾਂ ਖਿਲਾਫ ਵਿਦਰੋਹ ਹੋ ਗਿਆ, ਮਤਲਬ 1857 ਦਾ ਵਿਦਰੋਹ। ਇਹਨੂੰ ਭਾਰਤ ਦਾ ਪਹਿਲਾ ਸੁਤੰਤਰਤਾ ਸੰਗਰਾਮ ਵੀ ਕਿਹਾ ਜਾਂਦਾ ਹੈ। ਬਹੁਤ ਵੱਡੇ ਪੈਮਾਨੇ ਤੇ ਭਾਰਤ ਦੇ ਅੱਡ-ਅੱਡ ਹਿੱਸਿਆਂ ਵਿੱਚ ਸੈਨਿਕ ਵਿਦਰੋਹ ਹੋਇਆ। ਮਹਾਰਾਣੀ ਝਾਂਸੀ, ਲక్ష్ਮੀ ਬਾਈ, ਤਾਂਤੀਆ ਟੋਪੇ, ਨਾਨਾ ਸਾਹਿਬ, ਕੁੰਵਰ ਸਿੰਘ, ਖਾਨ ਬਹਾਦਰ ਖਾਨ ਵਰਗੇ ਯੋਧੇ ਇਸ ਦੀ ਅਗਵਾਈ ਕਰ ਰਹੇ ਸਨ। ਸ਼ੁਰੂ ਇਹ ਮੇਰਠ ਵਿੱਚ 10 ਮਈ 1857 ਵਿੱਚ ਹੋਇਆ ਸੀ। ਪਹਿਲਾ ਸ਼ਹੀਦ ਸੀ ਮੰਗਲ ਪਾਂਡੇ। ਇਸ ਵੇਲੇ ਗਵਰਨਰ ਜਨਰਲ ਸੀ ਅੰਗਰੇਜ਼ਾਂ ਦਾ ਲਾਰਡ ਕੈਨਿੰਗ। ਦਿੱਲੀ ਦਾ ਰਾਜ ਅੰਗਰੇਜ਼ਾਂ ਤੋਂ ਖੋਹ ਲਿਆ ਗਿਆ ਸੀ ਕੁਝ ਦਿਨਾਂ ਲਈ। ਪੰਜਾਬ ਵਿੱਚ ਇਸ ਦਾ ਕੋਈ ਅਸਰ ਨਹੀਂ ਸੀ। ਪੰਜਾਬ ਹਾਲੇ ਰਣਜੀਤ ਸਿੰਘ ਰਾਜ ਨੂੰ ਲੱਗੇ ਅੱਲੇ ਜ਼ਖਮਾਂ ਦਾ ਹੀ ਸੇਕ ਹੰਢਾ ਰਿਹਾ ਸੀ। ਅੰਗਰੇਜ਼ਾਂ ਨੇ ਵਿਦਰੋਹ ਕੁਚਲ ਦਿੱਤਾ ਤੇ ਫਿਰ ਦਿੱਲੀ ਦੇ ਕਾਬਜ਼ ਹੋ ਗਏ। ਇੱਥੋਂ ਦੇ ਕਾਲੀ ਭੂਰੀ ਚਮੜੀ ਵਾਲੇ ਅੰਗਰੇਜ਼ ਹਮੈਤੀ ਸ਼ਾਸਕਾਂ ਨੇ ਉਹਨਾਂ ਦੀ ਰਜਮੀ ਮਦਦ ਕੀਤੀ ਸੀ। ਇੱਥੇ ਪੰਜਾਬ ਦਾ ਪੱਖ ਦੱਸਦੇ ਹਾਂ। 1857 ਦੇ ਵਿਦਰੋਹ ਲਈ ਹੀ ਅੰਤਿਮ ਮੁਗਲ ਬਾਦਸ਼ਾਹ ਨੂੰ ਪ੍ਰਤੀਕ ਬਣਾਇਆ ਗਿਆ, ਮਤਲਬ ਉਸ ਦੇ ਨਾਂ ਉੱਪਰ ਅਗਵਾਈ ਸੀ। ਪੰਜਾਬ ਦੇ ਇਸ ਵਿੱਚੋਂ ਵੱਖ ਰਹਿਣ ਦਾ ਮੁੱਖ ਕਾਰਨ ਵੀ ਇਹੀ ਸੀ। ਕੁਝ ਇੱਥੋਂ ਦੀਆਂ ਰਾਜਸ਼ਾਹੀਆਂ ਨੇ ਤਾਂ ਅੰਗਰੇਜ਼ਾਂ ਦੇ ਪਿੱਠ ਠੋਕੂ ਹੋ ਮਦਦ ਕੀਤੀ ਸੀ। ਛੋਟੇ-ਛੋਟੇ ਅੰਤਰ ਵਿਰੋਧ ਹਮੇਸ਼ਾ ਇੱਥੋਂ ਦੇ ਲੋਕਾਂ ਨੂੰ ਵਿਦੇਸ਼ੀ ਹਮਲਾਵਰਾਂ ਮੂਹਰੇ ਕਮਜ਼ੋਰ ਕਰ ਦਿੰਦੇ ਹਨ। ਘੱਟ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਵੀ ਉਹ ਇਸੇ ਵਜ੍ਹਾ ਕਰਕੇ ਜਿੱਤਦੇ ਅਤੇ ਰਾਜ ਵੀ ਕਰਦੇ ਰਹੇ। 1857 ਵੇਲੇ ਵੀ ਇਹੋ ਕੁਝ ਹੋਇਆ ਸੀ। ਵਿਦਰੋਹੀਆਂ ਨੂੰ ਫੜ ਕੇ ਸ਼ਰੇਆਮ ਚੌਂਕਾਂ ਰਸਤਿਆਂ ਵਿੱਚ ਫਾਹੇ ਟੰਗ ਲਮਕਾ ਦਿੱਤਾ ਗਿਆ, ਲੋਕਾਂ ਵਿੱਚ ਦਹਿਸ਼ਤ ਪਾਉਣ ਲਈ। ਆਪਾਂ ਪੰਜਾਬ ਤੇ ਹੀ ਰਹਿੰਦੇ ਹਾਂ। ਪੰਜਾਬ ਦੇ ਲੋਕਾਂ ਵਿੱਚ ਹਾਲੇ ਵੀ ਮੁਗਲ ਸ਼ਾਸਕਾਂ ਦੇ ਦਿੱਤੇ ਜ਼ਖਮ
ਨਸੂਰ ਬਣੇ ਹੋਏ ਸਨ। ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਕੰਡੇ ਤੜਫਾ ਕੇ ਮਾਰਨਾ, ਨੌਵੇਂ ਗੁਰੂ ਤੇਗ ਬਹਾਦਰ ਜੀ ਦਾ ਸ਼ਰੇਆਮ ਦਿੱਲੀ ਚਾਂਦਨੀ ਚੌਂਕ ਵਿੱਚ ਸਿਰ ਲਾਉਣਾ, ਦਸ਼ਮੇਸ਼ ਪਿਤਾ ਦੇ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਦਸ਼ਮੇਸ਼ ਪਿਤਾ ਦੇ ਧੋਖੇ ਨਾਲ ਛੁਰੇ ਦਾ ਵਾਰ, ਕੁਝ ਵੀ ਨਹੀਂ ਭੁੱਲੇ ਸਨ ਗੁਰੂ ਦੇ ਸਿੱਖ। ਫਾਰੁਖਸ਼ਿਆਰ ਵਰਗੇ ਸਿੱਖਾਂ ਦਾ ਖੁਰਾ ਖਜੂਜ ਮਿਟਾਉਣ ਲੱਗੇ ਹੋਏ ਸਨ, ਉਹ ਵੀ ਉਹਨਾਂ ਨੂੰ ਯਾਦ ਸੀ। ਮੀਰ ਮੰਨੂ, ਜ਼ਕਰੀਆ ਖਾਨ ਸਭ ਯਾਦ ਸੀ। ਘੱਲੂਘਾਰੇ, ਨੇਜਿਆਂ ਦੇ ਟੰਗੇ ਸਿੱਖਾਂ ਦੇ ਸਿਰ, ਬੰਦਾ ਸਿੰਘ ਬਹਾਦਰ ਦਾ ਹਸ਼ਰ ਸਭ ਹਾਲੇ ਅੱਖਾਂ ਦੇ ਮੂਹਰੇ ਸੀ। ਆਖਰੀ ਮੁਗਲ ਬਾਦਸ਼ਾਹ ਬੁੱਢੇ ਬਹਾਦਰ ਸ਼ਾਹ ਦੀ ਅਗਵਾਈ ਉਹ ਕਦੇ ਵੀ ਨਹੀਂ ਕਬੂਲ ਕਰ ਸਕਦੇ ਸਨ। ਸੋ ਸਭ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਕਿ ਕਿਉਂ ਪੰਜਾਬ ਜਾਂ ਕਹੋ ਸਿੱਖ ਇਸ ਤੋਂ ਦੂਰ ਰਹੇ। ਇਸ ਵਿਦਰੋਹ ਦੀ ਚੰਗਿਆੜੀ ਨੇ ਪਾਂਬੜ ਬਣਨ ਦੀ ਨੀਂਹ ਰੱਖ ਦਿੱਤੀ ਸੀ। ਅੰਗਰੇਜ਼ਾਂ ਖਿਲਾਫ ਹੁਣ ਬਾਗੀ ਸੁਰ ਉੱਠਣੇ ਹੀ ਸਨ। ਕੁਝ ਦੇਰ ਪੰਜਾਬ ਵਿੱਚ ਅੰਗਰੇਜ਼ ਰਾਜ ਕਰਦੇ ਰਹੇ। ਇਸ ਦੌਰਾਨ ਉਹਨਾਂ ਗੁੱਪ-ਚੁੱਪ ਕਈ ਕੰਮ ਕੀਤੇ ਜਿਨ੍ਹਾਂ ਬਾਰੇ ਸਾਡੇ ਵਿਦਵਾਨ ਅਤੇ ਇਤਿਹਾਸਕਾਰ ਅਕਸਰ ਚੁੱਪ ਹੀ ਰਹਿੰਦੇ ਹਨ। ਇਹਨਾਂ ਭਾਰਤ ਉੱਪਰ ਆਪਣੀ ਪਕੜ ਪੱਕੀ ਕਰਨ ਲਈ ਕਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਭਾਰਤ ਦੇ ਲੋਕਾਂ ਨੂੰ ਗੁਲਾਮ ਬਣਾਈ ਰੱਖਣ ਲਈ ਪੱਕੇ ਬੰਦੋਬਸਤ ਕਰਨੇ ਸ਼ੁਰੂ ਕਰ ਦਿੱਤੇ ਤਾਂ ਜੋ ਇਹੋ ਜਿਹਾ ਵਿਦਰੋਹ ਹੁਣ ਮੁੜ ਹੋ ਹੀ ਨਾ ਸਕੇ। ਜਿਵੇਂ ਅਰਬ ਹਮਲਾਵਰਾਂ ਦੀ ਨੀਤੀ ਸੀ ਕਿ ਉਹ ਜਿੱਥੇ ਵੀ ਜਾਂਦੇ ਸਭ ਤੋਂ ਪਹਿਲਾਂ ਦੋ ਕੰਮ ਕਰਦੇ ਜਿੱਤ ਤੋਂ ਬਾਅਦ। ਪਹਿਲਾਂ ਉਹਨਾਂ ਦੇ ਧਾਰਮਿਕ ਅਕੀਦੇ ਦੇ ਸਥਾਨ ਮਿਟਾਉਂਦੇ, ਖਤਮ ਕਰਦੇ ਅਤੇ ਫਿਰ ਗਿਆਨ ਦੀ ਥਾਂ ਲਾਇਬ੍ਰੇਰੀਆਂ, ਪੁਸਤਕਾਲਿਆਂ ਨੂੰ ਅੱਗ ਲਾ ਉਹਨਾਂ ਦੀਆਂ ਧਾਰਮਿਕ ਅਤੇ ਇਤਿਹਾਸਕ ਪੁਸਤਕਾਂ ਸਾੜ ਮੁਕਾਉਂਦੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪਿਛਲੇ ਇਤਿਹਾਸ ਤੋਂ ਮੁਨਕਰ ਹੋ ਉਹਨਾਂ ਦਾ ਹੀ ਮਿਥਿਹਾਸ ਮੰਨਣ ਅਤੇ ਸਮਝਣ। ਅੰਗਰੇਜ਼ਾਂ ਨੇ ਵੀ ਇਹੋ ਕੁਝ ਕੀਤਾ। ਉਹਨਾਂ ਇੱਥੋਂ ਦੀਆਂ ਧਾਰਮਿਕ ਅਤੇ ਇਤਿਹਾਸਕ ਪੁਸਤਕਾਂ ਲਿਖਣ ਦਾ ਕੰਮ ਸ਼ੁਰੂ ਕਰ ਦਿੱਤਾ ਅਨੁਵਾਦ ਦੇ ਨਾਂ ਉੱਪਰ। ਬਹੁਤ ਚਲਾਕੀ ਨਾਲ ਹਿੰਦੂਆਂ ਦੀ ਵਰਨ ਵਿਵਸਥਾ ਨੂੰ ਅੰਗਰੇਜ਼ਾਂ ਵਾਲੇ ਕਾਸਟ ਸਿਸਟਮ ਅਨੁਸਾਰ ਲਿਖ ਪੱਕੇ ਜਾਤੀਵਾਦ ਦੇ ਬੰਧਨਾਂ ਵਿੱਚ ਬੰਨ੍ਹ ਦਿੱਤਾ। ਹੁਣ ਰਾਮ ਨੂੰ ਆਪਣੇ ਝੂਠੇ ਬੇਰ ਖਵਾਉਣ ਵਾਲੇ ਸ਼ਬਰੀ ਜਾਂ ਸੀਤਾ ਅਤੇ ਲਵ-ਕੁਸ਼ ਨੂੰ ਪਾਲਣ ਪੜ੍ਹਾਉਣ ਵਾਲੇ ਭਗਵਾਨ ਵਾਲਮੀਕੀ ਇਸ ਸਮਾਜ ਦੇ ਮਾਣਯੋਗ ਹਿੱਸੇ ਨਹੀਂ ਸਨ। ਉਹ ਸਵਰਨ ਦਲਿਤ ਹੋ ਗਏ ਸਨ। ਇੱਕ ਧਿਰ ਜ਼ਾਲਮ ਸ਼ੋਸ਼ਕ ਤੇ ਦੂਜੀ ਧਿਰ ਵਿਚਾਰੀ ਅਤੇ ਸ਼ੋਸ਼ਣ ਦਾ ਸ਼ਿਕਾਰ। ਇੰਜ ਨਜ਼ਰੀਆ ਬਦਲ ਸਮਾਜ ਵੰਡ ਕਮਜ਼ੋਰ ਕਰ ਦਿੱਤਾ ਗਿਆ। ਹੁਣ ਵਾੜੀ ਅੰਗਰੇਜ਼ਾਂ ਨਾਲ ਲੜਨ ਦੀ ਨਹੀਂ ਸਗੋਂ ਆਪਸ ਵਿੱਚ ਲੜਨ ਦੀ ਸੀ। 1857 ਦੇ ਵਿਦਰੋਹ ਤੋਂ ਬਾਅਦ ਜਾਤੀਆਂ ਨੀਚ ਅਤੇ ਕਈ ਗੋਤਰ ਵੀ ਨੀਚ ਜਾਤੀ ਵਿੱਚ ਮਤਲਬ ਦਲਿਤ ਜਾਤੀ ਵਿੱਚ ਪਾ ਦਿੱਤੇ ਗਏ ਜੋ ਅੰਗਰੇਜ਼ਾਂ ਤੋਂ ਮੁਨਕਰ ਸਨ। ਇਹਨਾਂ ਦੀਆਂ ਬਸਤੀਆਂ ਸਮਾਜ ਤੋਂ ਕੱਟ ਕੇ ਬਣਾਈਆਂ ਜਾਂਦੀਆਂ ਸਨ। ਜਿਵੇਂ ਅੱਜ ਸਿੱਧੂ, ਬੈਂਸ, ਭੱਟੀ ਜੱਟਾਂ ਵਿੱਚ ਵੀ ਮਿਲਦੇ ਹਨ ਅਤੇ ਦਲਿਤਾਂ ਵਿੱਚ ਵੀ ਮਿਲਦੇ ਹਨ। ਭਾਰਤਵਾਜ ਬਾਹਮਣ ਵੀ ਹੈ ਅਤੇ BC ਵਿੱਚ ਵੀ ਆਉਂਦਾ ਹੈ। ਇਹਨਾਂ ਨੂੰ ਇੱਕ ਦੂਜੇ ਦੇ ਖਿਲਾਫ ਲੜਾਉਣ ਲਈ ਅੰਗਰੇਜ਼ ਵਿਦਵਾਨਾਂ ਤੋਂ ਕਿਤਾਬਾਂ ਲਿਖਵਾ ਕੇ ਇੱਕ ਦੂਜੇ ਪ੍ਰਤੀ ਨਫ਼ਰਤ ਪੱਕੀ ਕਰ ਦਿੱਤੀ ਗਈ। ਕੋਟੀ ਸ਼ਬਦ ਦਾ ਪ੍ਰਯੋਗ ਤਰ੍ਹਾਂ ਦੀ ਥਾਂ ਤੇ ਕਰੋੜ ਦੇ ਨਾਂ ਤੇ ਵਰਤ ਕੇ ਹਿੰਦੂਆਂ ਦੇ ਦੇਵਤਿਆਂ ਨੂੰ 33 ਕਰੋੜ ਦੇਵਤੇ ਬਣਾ ਕੇ ਮਜ਼ਾਕ ਬਣਾ ਦਿੱਤਾ ਗਿਆ। ਮਨੂ ਸਮਰਤੀ ਨਾਲ ਵੀ ਇੰਜ ਹੀ ਕੀਤਾ ਗਿਆ। ਸਮਾਜਿਕ ਗ੍ਰੰਥ ਦੀ ਥਾਂ ਉਸਨੂੰ ਧਾਰਮਿਕ ਗ੍ਰੰਥ ਬਣਾ ਕੇ ਪੇਸ਼ ਕੀਤਾ ਗਿਆ। ਅੱਗੇ ਇਹਨਾਂ ਹਿੰਦੂ ਤੇ ਮੁਸਲਮਾਨਾਂ ਵਿੱਚ ਵੀ ਦਵੇਸ਼ ਦੀ ਭਾਵਨਾ ਤੇਜ਼ ਕੀਤੀ। ਕਹਿੰਦੇ ਨੇ ਜੇ ਮਿਲ ਬੈਠਣਾ ਹੋਵੇ ਤਾਂ 100 ਬਹਾਨੇ ਹੋ ਜਾਂਦੇ ਹਨ, ਜੇ ਲੜਨਾ ਹੋਵੇ ਤਾਂ ਵੀ 100 ਬਹਾਨੇ ਮਿਲ ਹੀ ਜਾਂਦੇ ਹਨ। ਅੰਗਰੇਜ਼ਾਂ ਰਾਜ ਕਰਨ ਲਈ ਅੰਗਰੇਜ਼ ਵਿਦਵਾਨ ਇਤਿਹਾਸਕਾਰਾਂ ਦਾ ਪੂਰਾ ਬੰਦੋਬਸਤ ਕਰ ਲਿਆ ਸੀ। ਮੈਕਾਲੇ ਵਰਗੇ ਵਿਦਵਾਨ ਦੀ ਮਦਦ ਨਾਲ ਸਿੱਖਿਆ ਪ੍ਰਣਾਲੀ ਵੀ ਗੁਲਾਮ ਮਾਨਸਿਕਤਾ ਵਾਲੀ ਬਣਾ ਲਈ ਗਈ। ਰਾਮ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਸ਼ਿਵਾਜੀ ਤੋਂ ਮਹਾਰਾਜਾ ਰਣਜੀਤ ਸਿੰਘ, ਬਹੁਤ ਕੁਝ ਸੀ ਮਾਣ ਭਰਿਆ, ਪਰ ਪੁਸਤਕਾਂ ਵਿੱਚ ਸਭ ਨੂੰ ਲਾਗੂ ਕਰ ਦਿੱਤਾ ਗਿਆ। ਮੈਕਸ ਮੂਲਰ, ਵਿਲੀਅਮ ਹੰਟਰ, ਮੈਕਾਲਫ ਵਰਗੇ ਇਤਿਹਾਸਕਾਰ ਵਿਦਵਾਨ ਹੋ ਇਸ ਕੰਮ ਵਿੱਚ ਸਾਡੇ ਸਮਾਜ ਦੇ ਸਿਰ ਉੱਪਰ ਬਹਿ ਗਏ।
ਪੰਜਾਬ ਵਿੱਚ ਸਿੱਖ ਤਾਕਤ ਸਨ। ਬੜੀ ਮੁਸ਼ਕਿਲ ਨਾਲ ਅੰਗਰੇਜ਼ਾਂ ਦੇ ਰਾਜ ਅਧੀਨ ਆਏ ਸਨ। ਗੈਰਤ ਖਤਮ ਕਰਨ ਲਈ ਅਤੇ ਵੰਡਣ ਲਈ ਮਕਾਲਫ ਵਰਗੇ ਵਿਦਵਾਨ ਇਤਿਹਾਸਕਾਰਾਂ ਨੂੰ ਵਰਤਿਆ ਗਿਆ। ਇਤਿਹਾਸ ਦਾ ਮਿਥਿਹਾਸ ਬਣਾਇਆ ਗਿਆ। ਗੁਰੂਆਂ ਨੂੰ ਵੀ ਬਹੁਤ ਚਲਾਕੀ ਨਾਲ ਇੱਥੋਂ ਦੇ ਲੋਕਾਂ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਸਮਾਜ ਨੂੰ ਵੰਡਿਆ ਗਿਆ। ਸੂਰਜ ਨੂੰ ਬੱਲਬ ਦੱਸ ਕੇ ਅਲੱਗ ਕਰਨ ਦੀਆਂ ਕੋਸ਼ਿਸ਼ਾਂ ਅੱਜ ਵੀ ਜਾਰੀ ਹਨ। ਜਿਵੇਂ ਗੁਰੂ ਖੱਤਰੀਆਂ ਵਿੱਚੋਂ ਹੋਏ ਸਾਰੇ, ਕੀ ਉਹ ਮਾਰਸ਼ਲ ਕੌਮ ਨਹੀਂ ਸੀ? ਖੱਤਰੀਆਂ ਨੂੰ ਕਸ਼ੱਤਰੀਆਂ ਤੋਂ ਅੱਡ ਸਮਝ ਬਸ ਵਪਾਰੀ ਵਰਗ ਨਾਲ ਜੋੜ ਦਿੱਤਾ ਗਿਆ। ਕਿਸੇ ਵੇਲੇ ਗੁੱਜਰ, ਰਾਜਪੂਤ, ਜੱਟ ਇੱਕ ਕਸ਼ੱਤਰੀ ਕੌਮ ਵਿੱਚੋਂ ਗਿਣੇ ਜਾਂਦੇ ਸਨ। ਅੰਗਰੇਜ਼ਾਂ ਦੇ ਦੱਸੇ ਹੋਏ ਕਾਸਟ ਸਿਸਟਮ ਦੀ ਵਿਆਖਿਆ ਵਿੱਚ ਸਭ ਅੱਡ-ਅੱਡ ਕਰ ਦਿੱਤੇ ਗਏ। ਪੰਜਾਬ ਵਿੱਚ ਜਿਨ੍ਹਾਂ ਛਿੰਬਿਆਂ ਝੂਰਾਂ ਨੂੰ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਕਰ ਦਸ਼ਮੇਸ਼ ਪਿਤਾ ਨੇ ਮਾਰਸ਼ਲ ਕੌਮ ਬਣਾਇਆ ਸੀ, ਹੁਣ ਉਹ ਬਸ ਦਲਿਤ ਹੋ ਗਏ ਸਨ। ਜ਼ਮੀਨਾਂ ਦੇ ਪਟੇ ਇੱਕ ਹੀ ਕੌਮ ਨੂੰ ਦੇ ਕੇ ਮਾਰਸ਼ਲ ਕੌਮ ਰਹਿਣ ਦਿੱਤਾ ਗਿਆ। ਬਾਕੀ ਸਭ ਕਮਜ਼ੋਰ ਜਾਂ BC SC ਹੋ ਗਈਆਂ ਜਾਂ ਵਪਾਰੀ ਵਰਗ ਵਿੱਚ। ਇੰਜ ਲੜਾਕੂ ਵਰਗ ਵੰਡ ਕੇ ਬਿਲਕੁਲ ਹੀ ਕਮਜ਼ੋਰ ਕਰ ਦਿੱਤਾ ਗਿਆ। ਬ੍ਰਾਹਮਣ ਵਰਗ ਹਮੇਸ਼ਾ ਸਮਾਜ ਦੇ ਦਿਮਾਗ ਵਜੋਂ ਕੰਮ ਕਰਦਾ ਰਿਹਾ। ਸਭ ਤੋਂ ਵੱਧ ਸੱਟ ਵੀ ਉਸਦੇ ਹੀ ਮਾਰੀ ਗਈ। ਉਸ ਨੂੰ ਸਮਾਜ ਦਾ ਦੁਸ਼ਮਣ ਅਤੇ ਸ਼ੋਸ਼ਕ ਵਰਗ ਸਾਬਤ ਕਰਨ ਲਈ ਪੂਰੀ ਵਾਹ ਲਾ ਦਿੱਤੀ ਗਈ। ਧਰਮ ਦੇ ਆਧਾਰ ਤੇ ਉਹਨੂੰ ਦੁਸ਼ਮਣ ਬਣਾ ਕੇ ਪੇਸ਼ ਕੀਤਾ ਗਿਆ। ਸਮਾਜ ਦੀ ਅਤੇ ਮਨੁੱਖ ਦੀ ਹਰ ਬੁਲਾਈ ਦਾ ਕਾਰਨ ਹੁਣ ਬ੍ਰਾਹਮਣ ਸੀ, ਬਸ ਬ੍ਰਾਹਮਣ। ਇੰਜ ਸਮਾਜ ਕਮਜ਼ੋਰ ਤੇ ਅੰਦਰੋਂ ਰੀੜ ਵਿਹੂਣਾ ਕਰ ਦਿੱਤਾ ਗਿਆ। ਹੁਣ ਇਹ ਸਾਰੇ ਇੱਕ ਦੂਜੇ ਦੇ ਦੁਸ਼ਮਣ ਸਨ। ਅੰਗਰੇਜ਼ਾਂ ਖਿਲਾਫ ਕੌਣ ਲੜਦਾ? ਬਹੁਤ ਹੱਦ ਤੱਕ ਬ੍ਰਾਹਮਣ ਸਮਾਜ ਅੱਜ ਵੀ ਉਸ ਹੀਨ ਭਾਵਨਾ ਦਾ ਸ਼ਿਕਾਰ ਹੈ। ਖੱਤਰੀ ਕੌਮ, ਜਿਸ ਵਿੱਚ ਗੁਰੂਆਂ ਵਰਗੇ ਨਿਰਧੜਕ ਯੋਧੇ ਪੈਦਾ ਹੋਏ ਸਨ, ਅੱਜ ਉਹ ਕੌਮ ਪਤਾ ਨਹੀਂ ਕਿੱਥੇ ਹੈ। ਭਾਪੇ ਜਾਂ ਵਪਾਰੀ ਵਰਗ ਕਹਿ ਕੇ ਉਹ ਵੀ ਖਤਮ ਕਰ ਦਿੱਤੇ ਗਏ। ਕੀ ਸਭ ਕੁਝ ਖਤਮ ਹੋ ਗਿਆ? ਇੰਜ ਕਰ ਅੰਗਰੇਜ਼ ਅਰਬੀ ਧਰਮ ਵਾਲਿਆਂ ਵਾਂਗ ਸਦੀਆਂ ਤੱਕ ਭਾਰਤ ਦੀ ਧਰਤੀ ਤੇ ਰਾਜ ਕਰ ਸਕਣਗੇ? ਜਾਣਦੇ ਤੁਸੀਂ ਵੀ ਹੋ ਅੱਗੇ ਬਣਿਆ ਕੀ ਅਤੇ ਹੋਇਆ ਕੀ। ਬਾਕੀ